ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਮੌਜੂਦ ਨੇ ਜੀ ਫਿਊਚਰ ਵਿੰਗਸ ਤੋਂ ਮੈਡਮ ਨਿਮਨ। ਸੋ ਜਿੱਥੇ ਤਾਂ ਅਸੀਂ ਸਟੂਡੈਂਟਸ ਦੀ ਗੱਲ ਕਰਨੀ ਹੈ ਜੀ, ਸਟੂਡੈਂਟ ਵੀਜ਼ਾ ਦੀ ਸਟੱਡੀ ਪਰਮਿਟ ਦੀ ਗੱਲ ਕਰਨੀ ਹੈ, ਉੱਥੇ ਅਸੀਂ ਅੱਜ ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਸੋ ਸਪੈਸ਼ਲੀ ਇਹ ਪ੍ਰੋਗਰਾਮ ਅਸੀਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਹਾਜ਼ਰ ਹਾਂ। ਜਿੰਨੇ ਵੀ ਸਾਡੇ ਦਰਸ਼ਕ ਸਾਡੇ ਜਿਹੜੇ ਸਟੂਡੈਂਟਸ ਹੁੰਦੇ ਨੇ ਜੀ, ਵਿਦੇਸ਼ ਜਾਣਾ ਚਾਹੁੰਦੇ ਨੇ, ਪੜ੍ਹਨ ਦੇ ਤੁਸੀਂ ਇਰਾਦੇ ਦੇ ਨਾਲ ਜਾਣਾ ਜਾਂ ਤੁਸੀਂ ਘੁੰਮਣ ਫਿਰਨ ਦੇ ਇਰਾਦੇ ਦੇ ਨਾਲ ਜਾਣਾ, ਤਾਂ ਤੁਹਾਡੇ ਸਾਰਿਆਂ ਦੇ ਵਾਸਤੇ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਮੰਚ ਕਾਲ ਕਰ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਬਿਨਾਂ ਦੇਰੀ ਦੇ, ਯਾਨੀ ਕਿ ਤੁਹਾਨੂੰ ਅਸੀਂ ਮੌਕਾ ਦਿੰਦੇ ਕਿ ਤੁਸੀਂ ਆਪਣੇ ਸਵਾਲ, ਆਪਣੇ ਡਾਊਟਸ ਜਿਹੜੇ ਹੈਗੇ ਨੇ, ਆਪਣੇ ਪ੍ਰੋਫਾਈਲਸ ਡਿਸਕਸ ਕਰ ਸਕਦੇ ਹੋ ਜੀ ਦੇਸ਼ ਪ੍ਰਦੇਸ਼ ਲਾਈਵ ਦੇ ਮੰਚ ਤੇ ਸਾਡੇ ਐਕਸਪਰਟ ਹਮੇਸ਼ਾ ਜੋ ਸਾਡੇ ਨਾਲ ਜੁੜਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਵਾਸਤੇ। ਤੇ ਅੱਜ ਵੀ ਮੈਡਮ ਨਿਮਨ ਨੇ ਜੀ ਫਿਊਚਰ ਵਿੰਗਸ ਤੋਂ। ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ ਸੋ ਮਚ। ਸੋ ਨਿਮਨ ਮੈਮ, ਅੱਜ ਫਿਊਚਰ ਵਿੰਗਸ ਸਾਡੇ ਦਰਸ਼ਕਾਂ ਨੂੰ, ਯਾਨੀ ਕਿ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਮੈਂ ਸਟੂਡੈਂਟਸ ਦੀ ਵੀ ਗੱਲ ਕਰਾਂ ਤਾਂ ਆਰ ਯੂ ਹੈਲਪਿੰਗ ਦੈਮ? ਯੈਸ ਵੀ ਡੂ ਮੈਮ। ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ, ਈਵਨ ਹੁਣ ਜਿਹੜੇ ਲੇਟੈਸਟ ਪਾਸ ਆਊਟ ਹੋਣ ਵਾਲੇ ਨੇ 2022 ਉਹ ਵੀ ਕਾਲਸ ਕਰਨੀਆਂ ਸਟਾਰਟ ਕਰ ਚੁੱਕੇ ਨੇ, ਕਿਉਂਕਿ ਉਹ ਆਇਲਸ ਲਈ ਆਲਰੇਡੀ ਪ੍ਰਿਪੇਅਰ ਕਰ ਰਹੇ ਨੇ। ਐਂਡ ਬੇਸਿਕ ਰਿਕੁਆਇਰਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਆਇਲਸ ਲਈ ਵਧੀਆ ਪ੍ਰਿਪੇਅਰ ਕਰੋ ਐਂਡ ਵਧੀਆ ਸਕੋਰ ਲਓ, ਜਿਹਦੇ ਨਾਲ ਤੁਹਾਡਾ ਵੀਜ਼ਾ ਈਜ਼ੀਲੀ ਥਰੂ ਹੋ ਜਾਏ ਜੀ। ਅੱਛਾ, ਹਰ ਕੈਟੇਗਰੀ ਦੀ ਰਿਕੁਆਇਰਮੈਂਟ ਅਲੱਗ-ਅਲੱਗ ਹੈ, ਰਾਈਟ? ਸਟੂਡੈਂਟਸ ਦੇ ਵਾਸਤੇ ਅਲੱਗ ਰਿਕੁਆਇਰਮੈਂਟਸ ਨੇ, ਜੇ ਤੁਸੀਂ ਘੁੰਮਣ ਜਾਣਾ ਤਾਂ ਅਲੱਗ ਹੈ। ਸੋ ਉਹਦੇ ਪੀਆਰ ਦੀਆਂ ਅਲੱਗ ਰਿਕੁਆਇਰਮੈਂਟਸ ਹੋ ਜਾਂਦੀਆਂ ਨੇ, ਹਾਲਾਂਕਿ ਬਿਜ਼ਨਸ ਕੈਟਾਗਰੀ ਵੀ ਹੈਗੀ ਹੈ ਜੀ। देयर आर सो मैनी, ਜਿਵੇਂ ਕਿ ਇਨਵੈਸਟਮੈਂਟ ਵੀਜ਼ਾ ਹੈਗਾ ਕੈਨੇਡਾ ਦੇ ਵਿੱਚ, ਟੂਰਿਸਟ ਵੀਜ਼ਾ ਹੈਗਾ, ਵਿਜ਼ਿਟਰ ਐਂਡ ਟੂਰਿਸਟ ਇਜ਼ ਸੇਮ। ਉਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਹੈਗਾ ਜੀ, ਆਸਟ੍ਰੇਲੀਆ ਓਪਨ ਹੈ, ਕੈਨੇਡਾ ਓਪਨ ਹੈ, ਨਿਊਜ਼ੀਲੈਂਡ ਹਲੇ ਓਪਨ ਨਹੀਂ ਹੋਇਆ, ਅਮਰੀਕਾ ਵੀ ਹਲੇ ਇੰਟਰਵਿਊ ਡੇਟਸ ਮਿਲਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਸਟਿਲ I-20 ਵਗੈਰਾ ਅਸੀਂ ਪ੍ਰੋਸੈਸ ਕਰ ਸਕਦੇ ਹਾਂ, ਸਾਰਾ ਪ੍ਰੋਸੈਸ ਅਸੀਂ ਕਰਕੇ ਰੱਖ ਸਕਦੇ ਹਾਂ, ਬਟ ਸਟਿਲ ਵੀ ਆਰ ਵੇਟਿੰਗ ਕਿ ਅਪਾਇੰਟਮੈਂਟਸ ਮਿਲਣ ਲੱਗ ਜਾਣ ਫॉर ਅਮਰੀਕਾ ਜੀ। ਸੋ ਅੱਛਾ, ਮਾਫ ਕਰਨਾ, ਸਟੂਡੈਂਟਸ ਤੋਂ ਇਲਾਵਾ, ਯਾਨੀ ਕਿ ਕਿਉਂਕਿ ਕਾਲ ਵੀ ਵਜਣੇ ਸ਼ੁਰੂ ਹੋ ਚੁੱਕੀਆਂ ਨੇ ਜੀ, ਮੇਰਾ ਸਵਾਲ ਇਹ ਰਹੇਗਾ ਵੀ ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਦਾ ਰਿਸਪੌਂਸ ਕਿੱਦਾਂ ਦਾ ਹੈਗਾ ਇਸ ਵਾਰੀ? ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੌਣ ਬੋਲ ਰਹੇ ਹੋ? ਹਾਂਜੀ ਹਾਂਜੀ ਸਰ, ਕੀ ਪੁੱਛਣਾ ਦੱਸੋ। ਹਾਂਜੀ, ਤੁਹਾਡੀ ਆਵਾਜ਼ ਨਾ ਕੱਟ ਰਹੀ ਹੈ, ਥੋੜਾ ਨੈਟਵਰਕ ਵਿੱਚ ਆ ਕੇ ਥੋੜਾ ਜਿਹਾ ਦੁਬਾਰਾ ਬੋਲੋਗੇ? ਕੀ ਕਹਿ ਰਹੇ ਹੋ? ਭੂਆ ਦਾ ਮੁੰਡਾ ਕੈਨੇਡਾ ਦਾ ਵੀਜ਼ਾ ਉਹਨਾਂ ਦਾ ਲਵਾਉਣਾ ਹੈ, ਕਿਸ ਪਰਪਸ ਦੇ ਉੱਤੇ ਜਾਣਾ ਉਹਨਾਂ ਨੇ? ਅੱਛਾ, ਕੰਮ ਦੇ ਵਾਸਤੇ ਜਾਣਾ, ਵਰਕ ਪਰਮਿਟ ਦੇਖ ਰਹੇ ਹੋ ਤੁਸੀਂ? ਹਾਂਜੀ। ਓਕੇ ਨਿਮਨ, ਮੈਂ ਵਰਕ ਪਰਮਿਟ ਚ ਡੀਲ ਕਰਦੇ? ਨਹੀਂ ਜੀ, ਵੀ ਡੋਨਟ ਡੀਲ ਵਰਕ ਪਰਮਿਟ। ਕੀ ਕਰਦੇ ਨੇ ਵੈਸੇ ਉਹ ਭੂਆ ਦਾ ਮੁੰਡਾ, ਕੀ ਕਰਦਾ? ਮੈਡਮ ਕਹਿੰਦੇ ਨਾ ਕਾਲਜ ਚ ਪੜ੍ਹਦਾ ਸੀ, ਹੁਣ 3-4 ਸਾਲ ਹੋ ਗਏ ਦਿੱਲੀ ਹੀ ਹੈ। ਤੇ ਤੁਸੀਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਤੇ ਕਿਉਂ ਨਹੀਂ ਭੇਜਦੇ? ਮੈਡਮ ਇਹ 3-4 ਸਾਲ ਹੋ ਗਏ ਫਿਰ ਦਿੱਲੀ ਹੀ ਹੋਈ ਆ। ਨਹੀਂ ਕੋਈ ਗੱਲ ਨਹੀਂ, ਬਟ ਫਿਰ ਵੀ ਕਿ ਉਹ ਪੜ੍ਹੇ ਕਿੰਨਾ ਨੇ, ਲਾਸਟ ਐਜੂਕੇਸ਼ਨ ਕੁਝ ਹੈ ਤੁਹਾਨੂੰ ਪਤਾ? ਮੈंने ਡਿਪਲੋਮਾ ਹੀ ਕਰਿਆ ਸੀ। ਕਾਹਦਾ ਜੀ? ਡਿਪਲੋਮਾ ਕਰਿਆ ਸੀ। ਅੱਛਾ, ਡਿਪਲੋਮਾ ਕਿੰਨੇ ਸਾਲ ਦਾ ਸੀਗਾ ਉਹਨਾਂ ਦਾ? ਮੇਰਾ 1 ਸਾਲ ਦਾ ਸੀ, ਜਦੋਂ ਤੋਂ ਬੱਚੇ ਆਏ ਨਹੀਂ, ਚਾਹੇ 2 ਸਮੈਸਟਰ ਹੋਰ ਆਣੇ ਜੀ, ਉਹ ਆਏ ਨਹੀਂ ਫਿਰ। ਅੱਛਾ, ਤੇ ਉਹਨਾਂ ਦੀ 12ਵੀਂ ਚੋਂ ਕਿੰਨੇ ਨੰਬਰ, ਕੁਝ ਯਾਦ ਹੈ ਤੁਹਾਨੂੰ? ਹੁਣੇ ਜੀ 60% ਤਾਂ ਹੁਣੇ ਜੀ। ਅੱਛਾ ਠੀਕ ਹੈ, ਤੇ ਆਇਲਸ ਵਗੈਰਾ ਨਹੀਂ ਕੀਤੀ, ਕੋਈ ਇੰਗਲਿਸ਼ ਦਾ ਟੈਸਟ ਨਹੀਂ ਨਹੀਂ ਕੀਤਾ? ਆਇਲਸ ਨਹੀਂ ਗਈ ਜੀ। ਓਕੇ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਤਾਂ ਸਿਮਰਨਜੀਤ ਸਿੰਘ ਹੈ ਜੀ। ਸਿਮਰਨ ਜੀ, ਤੁਸੀਂ ਨਾ ਸਵਾਲ ਦਾ ਜਵਾਬ ਟੀਵੀ ਦੇ ਉੱਪਰ ਸੁਣਨਾ ਹੈ। ਠੀਕ ਹੈ ਜੀ। ਅੱਛਾ, ਆਪਾਂ ਕਈ ਵਾਰੀ ਕੀ ਹੁੰਦਾ ਕਿ ਵੀ ਵਰਕ ਪਰਮਿਟ ਦੇ ਚੱਕਰਾਂ 'ਚ ਪੈ ਜਾਂਦੇ ਆ, ਵੀ ਬਾਹਰ ਜਾਣ ਦੇ ਚੱਕਰਾਂ ਦੇ, ਰਾਈਟ? ਆਪਾਂ ਨੂੰ ਇਹ ਨਹੀਂ ਪਤਾ ਵੀ ਹਾਂਜੀ ਵੀ ਮੈਂ ਸਹੀ ਤਰੀਕੇ ਨਾਲ ਉੱਥੇ ਪਹੁੰਚ ਵੀ ਪਾਵਾਂਗਾ ਜਾਂ ਫਿਰ ਨਹੀਂ, ਜਾਂ ਵੀ ਹਾਂ ਕਿਤੇ ਪੈਸੇ ਖਰਾਬ ਹੋ ਜਾਣਗੇ ਜਾਂ ਮੇਰਾ ਟਾਈਮ ਇੱਥੇ ਹੀ ਖਰਾਬ ਹੋ ਜਾਣਾ, ਫਿਰ ਮੁੜ ਕੇ ਫਿਰ ਨਾ ਕੋਈ ਜਵਾਬ ਦੇਣ ਵਾਸਤੇ ਕੋਈ ਤੁਹਾਡੇ, ਨਾ ਕੋਈ ਹੱਥ ਫੜਨ ਵਾਲਾ ਤੁਹਾਡੇ ਕੋਲ। ਰਾਈਟ ਮੈਮ। ਸੋ ਇਹ ਜਿੱਦਾਂ ਹੁਣ ਇਹਨਾਂ ਦੀ ਵਰਕ ਪਰਮਿਟ ਨੂੰ ਲੈ ਕੇ ਕੁਐਰੀ ਸੀ, ਕੀ ਕਹਿਣਾ ਚਾਹੁੰਦੇ? ਬਹੁਤ ਦਰਸ਼ਕ ਹੁੰਦੇ ਨੇ ਹਨਾ ਜਿਹੜੇ ਪੁੱਛਦੇ ਨੇ। ਬਿਲਕੁਲ ਮੈਮ, ਦੇਖੋ ਜੀ, ਜਿਵੇਂ ਤੁਸੀਂ ਇਹਨਾਂ ਦੀ ਪ੍ਰੋਫਾਈਲ ਦੱਸ ਰਹੇ ਹੋ, ਤੁਸੀਂ ਦੱਸ ਰਹੇ ਹੋ ਕਿ ਇਹ ਡਿਪਲੋਮਾ ਕਰ ਚੁੱਕੇ ਨੇ ਐਂਡ ਉਸ ਤੋਂ ਬਾਅਦ 3-4 ਸਾਲ ਦਾ ਇਹਨਾਂ ਦਾ ਗੈਪ ਹੈ। ਦੇਖੋ, ਇਹ ਤੁਹਾਨੂੰ ਪਤਾ ਹੁਣ ਕਿ ਉਹ ਇੰਗਲਿਸ਼ ਐਲੀਜੀਬਿਲਿਟੀ ਟੈਸਟ ਕੋਈ ਕਲੀਅਰ ਕਰ ਸਕਦੇ ਨੇ, ਉਹਨਾਂ ਦੀਆਂ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਦੀਆਂ ਨੇ, ਜਾਂ ਤਾਂ ਉਹ ਪੀਟੀ ਕਰ ਲੈਣ, ਆਇਲਸ ਕਰ ਲੈਣ, ਇਫ ਹੀ ਕੈਨ ਡੂ ਇਟ। ਅਦਰਵਾਈਜ਼ ਦੇਖੋ, ਟੂਰਿਸਟ ਵੀਜ਼ਾ ਤਾਂ ਸਾਰਿਆਂ ਕੋਲ ਆਪਸ਼ਨ ਹੈਗਾ ਹੀ ਆ। ਜੇ ਉਹ ਹੁਣ ਕੰਮ ਕਰ ਰਹੇ ਨੇ ਕਿਸੇ ਵੀ ਤਰੀਕੇ ਦਾ, ਤਾਂ ਉਹ ਆਪਣੀ ਵਰਕ
ਡਿਟੇਲਸ ਆਪਾਂ ਨੂੰ ਦੱਸ ਕੇ ਕਿੰਨੇ ਫੰਡਸ ਨੇ ਇਹ ਦੱਸ ਕੇ ਇੱਕ ਵਾਰ ਟੂਰਿਸਟ ਵੀਜ਼ਾ ਲੈ ਲੈਣ, ਉੱਥੇ ਜਾ ਕੇ ਅੱਗੇ ਬਹੁਤ ਸਾਰੇ ਆਪਸ਼ਨਸ ਮਿਲ ਜਾਂਦੇ ਨੇ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਤੇ ਗੁੰਮਰਾਹ ਕਰਿਆ ਜਾਂਦਾ ਹੈ ਕਿ ਵਰਕ ਪਰਮਿਟ ਲੱਗ ਜਾਏਗਾ, ਬਟ ਡਾਇਰੈਕਟ ਵਰਕ ਪਰਮਿਟ ਦਾ ਇੱਥੋਂ ਕੋਈ ਵੀ ਸੋਰਸ ਨਹੀਂ ਹੈਗਾ। ਉੱਥੇ ਜਾ ਕੇ ਯੂ ਕੈਨ ਸੀ ਦ ਆਪਸ਼ਨਸ ਕਿ ਉੱਥੇ ਜਾ ਕੇ ਜਾਂ ਤਾਂ ਤੁਸੀਂ ਸਟੱਡੀ ਲੈ ਲਓ, ਰਾਈਟ, ਜਾਂ ਫਿਰ ਉੱਥੇ ਜਾ ਕੇ ਤੁਸੀਂ ਕੋਈ EMPLOYER ਇਦਾਂ ਦਾ ਲੱਭ ਲਓ ਜਿਹੜਾ ਤੁਹਾਨੂੰ EMPLOYMENT ਲੈਟਰ ਦੇ ਦੇਵੇ। ਇਹ ਵੀ ਇੱਕ ਆਪਸ਼ਨ ਹੈਗਾ, ਉੱਥੇ ਜਾ ਕੇ ਵੀ ਆਪਾਂ ਉਹਨੂੰ ਕਨਵਰਟ ਕਰਵਾ ਸਕਦੇ ਹਾਂ। ਯੈਸ, ਲੀਗਲੀ ਤੁਸੀਂ ਆਪਣਾ ਵੀਜ਼ਾ ਕਨਵਰਟ ਕਰਾ ਸਕਦੇ ਹੋ। देयर आर सो मेनी वेज, ਬਟ ਹਾਂ ਸ਼ਰਤਾਂ ਹੈਗੀਆਂ ਨੇ ਉਹਦੀਆਂ ਵੀ। ਅੱਗੇ ਜਾ ਕੇ ਇੱਕ ਚੀਜ਼, ਇੱਕ ਮਤਲਬ ਸਿਨੈਰੀਓ ਆ ਜਿਹੜਾ ਤੁਹਾਨੂੰ ਫੋਲੋ ਕਰਨਾ ਪੈਂਦਾ। ਉਹ ਸਿਨੈਰੀਓ ਨੂੰ ਜੇ ਪ੍ਰੋਪਰਲੀ ਫੋਲੋ ਕਰੋਗੇ, ਡਾਕੂਮੈਂਟ ਉਹ ਤਰੀਕੇ ਨਾਲ ਦੇ ਸਕੋਗੇ ਜਿੱਦਾਂ ਦੇ ਉਹਨੂੰ ਚਾਹੀਦੇ ਆ, ਫਿਰ ਤੁਸੀਂ ਆਪਣਾ ਵੀਜ਼ਾ ਕਨਵਰਟ ਕਰਵਾ ਸਕੋਗੇ ਜੀ। ਅੱਛਾ, ਜੇ ਬਿਨਾ ਆਇਲਟਸ ਤੋਂ ਹੀ ਅਪਲਾਈ ਕਰਨਾ ਹੋਏ ਤਾਂ ਕਿਹੜੀ ਕੰਟਰੀ ਤੁਸੀਂ ਸੁਜੈਸਟ ਕਰਦੇ ਹੋ? ਬਿਨਾ ਆਇਲਟਸ ਤੋਂ ਜੀ, ਜਿੱਦਾਂ 3-4 ਸਾਲ ਦਾ ਗੈਪ ਹੈ ਜੀ, ਉਹਨੂੰ ਵੀ ਕੁਝ ਨਾ ਕੁਝ ਲਾਈਕ ਮੈਂ ਵਿਦਆਊਟ ਆਇਲਟਸ ਵੈਸੇ ਤਾਂ ਬਹੁਤ ਹੀ ਲਿਮਿਟਡ ਆਪਸ਼ਨਸ ਹੈਗੇ ਨੇ, ਬਟ ਯੂਕੇ ਹੈਗਾ ਫਿਲਹਾਲ ਜਿਹੜਾ ਕਿ ਵਿਦਆਊਟ ਆਇਲਟਸ ਤੁਸੀਂ ਕਰ ਸਕਦੇ ਹੋ। ਬਟ ਹਾਂ, ਇਹਦੇ ਵਿੱਚ ਵੀ ਵੀ ਹੈਵ ਟੂ ਸੀ ਦਾ ਪ੍ਰੋਫਾਈਲ ਕਿ ਉਹਨਾਂ ਦੇ ਇੰਗਲਿਸ਼ ਵਿੱਚੋਂ ਕਿੰਨੇ ਨੰਬਰ ਨੇ। ਜੇ ਉਹਨਾਂ ਦੇ ਇੰਗਲਿਸ਼ ਵਿੱਚੋਂ ਵਧੀਆ ਪਰਸੈਂਟੇਜ ਆ, ਬੈਸਟ 4 ਚੋਂ ਵਧੀਆ ਪਰਸੈਂਟੇਜ ਆ, ਦੈਨ ਵੀ ਕੈਨ ਸੀ ਕਿ ਹਾਂ ਇਹਦਾ ਤਾਂ ਵਿਦਆਊਟ ਆਇਲਟਸ ਹੋ ਜਾਏਗਾ ਜਾਂ ਨਹੀਂ ਹੋ ਜਾਏਗਾ। ਐਂਡ देयर आर ਲਿਮਿਟਡ ਯੂਨੀਵਰਸਿਟੀਜ਼ ਐਂਡ ਕਾਲਜਸ ਜਿਹੜੀਆਂ ਵਿਦਆਊਟ ਆਇਲਟਸ ਪ੍ਰੋਫਾਈਲਸ ਐਕਸੈਪਟ ਕਰਦੀਆਂ ਨੇ, ਫਿਰ ਉਹਦੇ ਵਿੱਚ ਤੁਸੀਂ ਜ਼ਿਆਦਾ ਪ੍ਰੈਫਰੈਂਸ ਨਹੀਂ ਲੈ ਕੇ ਚੱਲ ਸਕਦੇ। ਠੀਕ ਹੈ ਜੀ। ਸੋ ਇਹ ਹਰ ਕੰਟਰੀ ਦੇ ਵਾਸਤੇ ਜੀ, ਤੁਹਾਡੇ ਵਾਸਤੇ ਕੋਈ ਨਾ ਕੋਈ ਜ਼ਰੂਰ ਐਲੀਜੀਬਿਲਿਟੀ ਰਹਿੰਦੀ ਹੈ ਜਿਹਨੂੰ ਸਾਨੂੰ ਫੁੱਲਫਿਲ ਕਰਨਾ ਪੈਂਦਾ ਹੈ। ਸੋ ਜੋ ਰਿਕੁਆਇਰਮੈਂਟ ਹੁੰਦੀਆਂ ਨੇ ਜੀ ਉਹਨਾਂ ਨੂੰ ਫੁੱਲਫਿਲ ਕਰਨਾ ਪੈਂਦਾ। ਸੋ ਉਹੀ ਅਸੀਂ ਜਾਣਨ ਦਾ ਮੌਕਾ ਤੁਹਾਨੂੰ ਦਿੰਦੇ ਹਾਂ ਜੀ ਦੇਸ਼ ਪਰਦੇਸ ਲਾਈਵ ਦੇ ਇਸ ਮੰਚ ਤੇ। ਐਂਡ ਨੈਕਸਟ ਕਾਲਰ ਵੀ ਸਾਡੇ ਨਾਲ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। हाँ जी, कौन बोल रहे हो सर? मैं सुखजिंदर बोल रहा हूँ। हाँ जी, सुखजिंदर। हाँ जी सुखजिंदर जी, की सवाल है? हाँ जी, विजिटर वीजा। विजिटर वीजा किथे जाना तुसी? किहड़ी कंट्री? कैनेडा। कोई रहिंदा उत्थे तुहाडे? कौन रहिंदा है? ਤੁਹਾਡੀ ਭਤੀਜੀ ਉੱਥੇ? ਅੱਛਾ, ਉਹਨਾਂ ਦਾ ਕੀ ਵਿਆਹ ਹੈ? ਕੀ ਕਹਿ ਰਹੇ ਹੋ ਤੁਸੀਂ? ਹਾਂਜੀ, ਵਿਆਹ ਹੈ ਉਹਨਾਂ ਦਾ। ਅੱਛਾ, ਵਿਆਹ ਹੈ ਉਹਨਾਂ ਦਾ। ਹਾਂਜੀ। ਕਿਹੜੇ ਮਹੀਨੇ ਦਾ ਹੈ? ਉਹਦੇ ਮਈ ਚ ਹੈ। ਮਈ ਦੇ ਵਿੱਚ ਹੈ। ਓਕੇ, ਠੀਕ ਹੈ। ਪਹਿਲਾਂ ਗਏ ਹੋ ਤੁਸੀਂ ਕਦੇ ਉੱਥੇ ਕੈਨੇਡਾ? ਨਹੀਂ ਗਿਆ ਤਾਂ ਨਹੀਂ ਗਏ। ਅੱਛਾ, ਠੀਕ ਹੈ। ਚਲੋ, ਤੁਸੀਂ ਟੀਵੀ ਦੇ ਉੱਪਰ ਹੀ ਜਵਾਬ ਸੁਣਨਾ ਹੈ ਜੀ। ਜਿਵੇਂ ਕਿ ਤੁਸੀਂ ਹੈਗੇ ਦੇ ਵਿੱਚ ਇਹਨਾਂ ਦੀ ਭਤੀਜੀ ਦਾ ਵਿਆਹ, ਰਾਈਟ, ਤਾਂ ਤੁਹਾਡੀ ਭਤੀਜੀ ਤੁਹਾਨੂੰ ਇਨਵੀਟੇਸ਼ਨ ਲੈਟਰ ਭੇਜ ਦਵੇ ਜੀ। ਇਨਵੀਟੇਸ਼ਨ ਦੇ ਵਿੱਚ ਜਿਵੇਂ ਕਿ ਉਹਨਾਂ ਦਾ ਵੈਡਿੰਗ ਕਾਰਡ ਹੋ ਜਾਏਗਾ, ਕਿੱਥੋਂ ਦੀਆਂ ਉਹਨਾਂ ਨੇ ਰਿਜ਼ਰਵੇਸ਼ਨਸ ਕਰੀਆਂ ਨੇ ਉਹ ਹੋ ਜਾਣਗੀਆਂ। ਐਂਡ ਇੱਕ ਇਨਵੀਟੇਸ਼ਨ ਲੈਟਰ ਉਹ ਰਿਟਨ 'ਚ ਵੀ ਦੇ ਸਕਦੇ ਨੇ ਕਿ ਤੁਹਾਡਾ ਰਿਲੇਸ਼ਨਸ਼ਿਪ ਉਹਨਾਂ ਨਾਲ ਕੀ ਹੈ ਤੇ ਉਹ ਤੁਹਾਡਾ ਉਹ ਮੈਰਿਜ ਜਾਂ ਉਹ ਫੰਕਸ਼ਨ ਨੂੰ ਅਟੈਂਡ ਕਰਨਾ ਕਿਉਂ ਇੰਪੋਰਟੈਂਟ ਹੈ। ਇਨਵੀਟੇਸ਼ਨ ਭੇਜਣਗੇ ਉਹ। ਤੁਸੀਂ ਇੰਡੀਆ ਤੋਂ ਆਪਣੇ ਫੰਡਸ ਦਿਖਾ ਦਿਓ। 3 ਤੋਂ 4 ਲੱਖ ਮਿਨੀਮਮ ਰਿਕੁਆਇਰਮੈਂਟ ਹੈ ਜੀ। ਮੈਕਸੀਮਮ ਜਿੰਨੇ ਵੀ ਦਿਖਾਓਗੇ ਇਟ ਵਿਲ ਬੀ ਬੈਟਰ। ਤੁਸੀਂ ਜੋ ਵੀ ਕੰਮ ਕਰਦੇ ਹੋ ਉਹਦੇ ਪ੍ਰੂਫ ਹੋ ਜਾਣਗੇ। ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਪ੍ਰੂਫ। ਜੇ ਇਨ ਕੇਸ ਤੁਸੀਂ ਐਗਰੀਕਲਚਰ ਦੇ ਵਿੱਚੋਂ ਤਾਂ ਜੇ ਫਾਰਮ ਹੋ ਜਾਣਗੇ ਜੀ। ਇਨ ਕੇਸ ਤੁਸੀਂ ਪ੍ਰਾਈਵੇਟ ਜਾਂ ਗਵਰਨਮੈਂਟ EMPLOYE ਹੋ, ਆਪਣੀ ਸੈਲਰੀ ਸਟੇਟਮੈਂਟ ਦੇ ਦਿਓ, NOC ਦੇ ਦਿਓ, ਜੁਆਇਨਿੰਗ ਦੇ ਦਿਓ, ਐਂਡ 2 ਸਾਲ ਦੀਆਂ ਇਨਕਮ ਟੈਕਸ ਰਿਟਰਨਸ ਦੇ ਦਿਓ। ਮਤਲਬ ਇਹ ਸਾਰੇ ਡਾਕੂਮੈਂਟਸ ਨਾਲ ਆਪਾਂ ਤੁਹਾਡੀ ਫਾਈਲ ਪ੍ਰੋਸੈਸ ਕਰ ਸਕਦੇ ਹਾਂ। ਆਰਾਮ ਨਾਲ ਵੀਜ਼ਾ ਆ ਜਾਏਗਾ ਕਿਉਂਕਿ ਇਹਨਾਂ ਕੋਲੇ ਵਧੀਆ ਓਕੇਜ਼ਨ ਹੈ ਜਾਣ ਲਈ। ਅੱਛਾ, ਹੁਣ ਇਹ ਵੀ ਹੈ ਵੀ ਜਿੱਦਾਂ ਹੁਣ ਇਹ ਇਕੱਲੇ ਜਾਣ ਜਾਂ ਫੈਮਿਲੀ ਸਮੇਤ ਹੀ ਇਹਨਾਂ ਨੂੰ ਕਰਨਾ ਚਾਹੀਦਾ ਅਪਲਾਈ? ਜੀ, ਡਿਪੈਂਡਸ ਔਨ ਦਾ ਫੰਡਸ ਮੈਮ। ਫੋਰ ਐਗਜ਼ਾਮਪਲ ਸਰ, ਤੁਹਾਡੇ ਕੋਲ ਜਿਹੜੇ ਫੰਡਸ ਨੇ ਉਹ 3 ਤੋਂ 4 ਲੱਖ ਦੇ ਨੇ। ਡੋਂਟ ਪਲਾਨ ਵਿਦ ਫੈਮਿਲੀ ਕਿਉਂਕਿ ਫੰਡਸ ਸਫੀਸ਼ੀਐਂਟ ਨਹੀਂ ਰਹਿਣਗੇ। ਪਰ ਪਰਸਨ ਅਸੀਂ ਐਟਲੀਸਟ ਦੇਖਦੇ ਹਾਂ ਕਿ 3 ਤੋਂ 4 ਲੱਖ ਦੇ ਫੰਡਸ ਹੋਣ। ਲੈਟਸ ਸੇ ਆਪਣੀ ਸਾਲ ਦੀ ਜਿਹੜੀ ਇਨਕਮ ਆ ਉਹ ਲੈਟਸ ਸੇ ਕਿ 10 ਜਾਂ 12 ਲੱਖ ਹੈ। ਬਟ ਆਪਾਂ ਜੇ ਕਹਾਂਗੇ ਤੁਸੀਂ 10 ਤੇ 12 ਲੱਖ ਰੁਪਏ ਖਰਚ ਕਰਕੇ ਆ ਜਾਓਗੇ ਤਾਂ ਓਬਵੀਅਸਲੀ ਦੇ ਵਿਲ ਥਿੰਕ ਕਿ ਪੂਰਾ ਸਾਲ ਫਿਰ ਤੁਸੀਂ ਕੀ ਕਰੋਗੇ। ਸੋ ਫੰਡਸ ਬਹੁਤ ਇੰਪੋਰਟੈਂਟ ਨੇ। ਜੇ ਤੁਹਾਡੇ ਕੋਲ 6-7 ਲੱਖ ਦੀ ਤੋਂ ਜ਼ਿਆਦਾ ਦੀ ਸਟੇਟਮੈਂਟ ਹੈਗੀ ਆ, ਅਪਾਰਟ ਫਰੋਮ ਦਾ ਟਰੈਵਲ ਐਕਸਪੈਂਸ, ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਪੂਰੀ ਫੈਮਿਲੀ ਨਾਲ ਕਰ ਲਓ। ਜੇ ਤੁਹਾਨੂੰ ਲੱਗਦਾ ਲਿਮਿਟਡ 6-7 ਲੱਖ ਹੈ ਜੀ ਤਾਂ ਫਿਰ ਤੁਸੀਂ ਇਕੱਲੇ ਸੋਚੋ। ਅੱਛਾ, ਮੇ ਦੇ ਵਿੱਚ ਵਿਆਹ ਹੈ ਤੇ ਹੁਣ ਜਿੱਦਾਂ ਅੱਜ ਮਾਰਚ ਹੁਣ ਸ਼ੁਰੂ ਹੋਇਆ, ਰਾਈਟ, ਤਾਂ ਆ ਜਾਏਗਾ ਇਸ ਟਾਈਮ ਦੇ ਬਿਲਕੁਲ। ਇਹਨਾਂ ਕੋਲੇ ਮੈਂ ਦੇਖਿਆ ਜਾਵੇ ਤਾਂ ਤੁਹਾਡੇ ਕੋਲ ਬਿਲਕੁਲ ਹੀ ਲਿਮਿਟਡ ਟਾਈਮ ਹੈ। ਬਿਕੋਜ਼ ਜੇ ਤੁਹਾਡੇ ਸਾਰੇ ਡਾਕੂਮੈਂਟ ਪੂਰੇ ਨੇ ਤਾਂ ਸਾਨੂੰ ਵੀ ਆਪਣੇ ਹਫਤਾ ਜਾਂ 4-5 ਵਰਕਿੰਗ ਡੇਜ਼ ਚਾਹੀਦੇ ਆ ਤੁਹਾਡੀ ਫਾਈਲ ਪ੍ਰਿਪੇਅਰ ਕਰਨ ਲਈ ਕਿਉਂਕਿ ਕਵਰਿੰਗ ਬਣਾਉਣੀ ਹੁੰਦੀ ਹੈ ਐਂਡ ਤੁਹਾਡੀ ਸਾਰੀ ਫਾਈਲ ਪ੍ਰਿਪੇਅਰ ਕਰਨੀ ਹੁੰਦੀ ਹੈ। ਉਹਦੇ ਲਈ ਟਾਈਮ ਲੱਗ ਜਾਂਦਾ ਹੈ। ਜਿੰਨੀ ਜਲਦੀ ਹੋ ਸਕੇ ਪ੍ਰੋਸੈਸ ਸਟਾਰਟ ਕਰ ਲਓ ਜੀ। ਸੋ ਮੇ ਦੇ ਵਿੱਚ ਵਿਆਹ ਜੀ ਤਾਂ ਤੁਹਾਨੂੰ ਥੋੜਾ ਜਿਹਾ ਸੁਖਜਿੰਦਰ ਜੀ ਜਲਦੀ ਜ਼ਰੂਰ ਕਰਨੀ ਪਏਗੀ ਜੀ ਜੇ ਤੁਸੀਂ ਵਿਆਹ ਅਟੈਂਡ ਕਰਨਾ ਹੈਗਾ। ਕੈਨੇਡਾ ਵਿਜ਼ਟਰ ਵੀਜ਼ਾ ਦੀ ਗੱਲ ਚੱਲ ਰਹੀ ਸੀ ਜੀ। ਨੈਕਸਟ ਕਾਲਰ ਸਾਡੇ ਨਾਲ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਡਮ, ਮੈਂ ਪੁੱਛਣਾ ਸੀ ਮੈਡਮ ਕੈਨੇਡਾ ਵਾਸਤੇ ਟੂਰਿਸਟ ਵੀਜ਼ਾ ਲਈ ਮਤਲਬ ਕੀ ਕੁਝ ਮੈਨੂੰ ਅਕਾਊਂਟ ਦੇ ਵਿੱਚ ਸ਼ੋਅ ਕਰਨਾ ਪੈਣਾ? ਕੀ ਨਾਮ ਹੈ ਤੁਹਾਡਾ, ਪਹਿਲਾਂ ਇਹ ਦੱਸੋ। ਮੇਰਾ ਨਾਮ ਹੈ ਕੁਨਾਲ। ਕੁਨਾਲ ਕੀ ਕਰਦੇ ਹੋ ਤੁਸੀਂ? ਮੈਡਮ ਮੈਂ ਸਟੂਡੈਂਟ ਹਾਂ ਤੇ ਮੈਂ ਮਤਲਬ ਘੁੰਮਣ ਜਾਣਾ ਚਾਹੁੰਦਾ ਹੈ ਕੈਨੇਡਾ ਤੇ ਮਦਰ ਫਾਦਰ ਦੇ ਨਾਲ। ਅੱਛਾ, ਮੰਮੀ ਡੈਡੀ ਵੀ ਹੈਗੇ ਨੇ ਤੁਹਾਡੇ, ਉਹਨਾਂ ਨੇ ਵੀ ਜਾਣਾ ਹੈ ਕੈਨੇਡਾ, ਰਾਈਟ? ਜੀ ਉਹ ਪਹਿਲਾਂ ਗਏ ਨੇ ਕੈਨੇਡਾ? ਨਹੀਂ। ਅੱਛਾ, ਕੋਈ ਵੀ ਨਹੀਂ ਗਿਆ? ਕੋਈ ਰਹਿੰਦਾ ਉੱਥੇ? ਨਹੀਂ, ਕੋਈ ਨਹੀਂ ਰਹਿੰਦਾ ਹਾਲੇ ਉੱਥੇ। ਓਕੇ, ਪਹਿਲਾਂ ਕੋਈ ਹੋਰ ਕੰਟਰੀ ਕਿਤੇ ਘੁੰਮ ਕੇ ਆਏ ਹੋ ਤੁਸੀਂ? ਨਹੀਂ ਮੈਡਮ। ਅੱਛਾ, ਸਿੱਧਾ ਕੈਨੇਡਾ ਹੀ ਜਾਣਾ? ਹਾਂਜੀ। ਓਕੇ ਜੀ। ਸੋ ਕੁਨਾਲ, ਆਮ ਸ਼ੋਰ ਕਿ ਟੀਵੀ ਦੇਖਦੇ ਹੋਣੇ ਤੇ ਸੋਚਿਆ ਵੀ ਚਲੋ ਆਪਾਂ ਵੀ ਪੁੱਛ ਲੈਂਦੇ ਆ ਸਵਾਲ ਟੂਰਿਸਟ ਵੀਜ਼ਾ ਦੇ ਵਾਸਤੇ, ਜੇ ਘੁੰਮਣ ਦਾ ਮੌਕਾ ਮਿਲ ਜੇ ਕਿੱਦਾਂ ਮਦਦ ਕਰ ਰਹੇ ਹੋ? ਦੇਖੋ ਜੀ ਕੁਨਾਲ, ਐਸ ਯੂ ਸੈਡ ਕਿ ਕੋਈ ਵੀ ਹੈ ਨਹੀਂ ਤੁਹਾਡਾ ਉੱਥੇ ਐਂਡ ਤੁਸੀਂ ਪੇਰੈਂਟਸ ਨਾਲ ਸੋਚ ਰਹੇ ਹੋ ਜਾਣ ਬਾਰੇ, ਤਾਂ ਫੰਡਸ ਬਹੁਤ ਇੰਪੋਰਟੈਂਟ ਨੇ। ਘੱਟੋ ਘੱਟ 3 ਜਾਣੇ ਆ ਤਾਂ 9 ਤੋਂ 10 ਲੱਖ ਦੇ ਫੰਡਸ ਅਰੇਂਜ ਕਰ ਲਓ ਤੁਸੀਂ। ਨਵੇਂ ਪੁਰਾਣੇ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਯੈਸ, ਤੁਹਾਡੇ ਫਾਦਰ ਜੇ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ 'ਚ ਨੇ ਫਿਰ ਥੋੜੀ ਜਿਹੀ ਦਿੱਕਤ ਆਏਗੀ ਤੁਹਾਨੂੰ, ਕਿਉਂਕਿ ਇੱਕਦਮ ਤੁਸੀਂ ਨਵੇਂ ਫੰਡਸ ਨਹੀਂ ਦਿਖਾ ਸਕਦੇ, ਕਿਉਂਕਿ ਜਿਹੜੇ ਪ੍ਰਾਈਵੇਟ ਤੇ ਗਵਰਨਮੈਂਟ EMPLOYE ਹੁੰਦੇ ਨੇ ਇਹਨਾਂ ਦੀ ਇਨਕਮ ਆ ਜਿਹੜੀ ਫਿਕਸਡ ਹੁੰਦੀ ਹੈ ਐਂਡ ਮੰਥਲੀ ਬੇਸਿਸ ਤੇ ਮਿਲਦੀ ਹੈ। ਤਾਂ ਇੱਕਦਮ ਜੇ ਤੁਸੀਂ ਜ਼ਿਆਦਾ ਪੈਸੇ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਵਾਓਗੇ ਜਾਂ ਡਿਪੋਜ਼ਿਟ ਕਰੋਗੇ, ਦੈਟ ਵਿਲ ਬੀ ਪ੍ਰੋਬਲਮੈਟਿਕ। ਬਾਕੀ ਫੰਡਸ ਬਾਰੇ ਆਪਾਂ ਡਿਸਕਸ ਕਰ ਲਾਂਗੇ ਲੇਟਰ ਔਨ। ਹੁਣ ਅੱਗੇ ਜਾ ਕੇ ਕੈਨੇਡਾ ਡੇ ਆ ਰਿਹਾ। ਕੈਨੇਡਾ ਡੇ ਦੇ ਉੱਪਰ ਆਪਾਂ ਤੁਹਾਡੀ ਫਾਈਲ ਲਾ ਸਕਦੇ ਹਾਂ। ਆਪਾਂ ਕਹਿ ਸਕਦੇ ਹਾਂ ਕਿ ਪੂਰੀ ਫੈਮਿਲੀ ਵਿਜ਼ਿਟ ਕਰਨ ਲਈ ਜਾਣਾ ਚਾਹੁੰਦੀ ਹੈ। ਕਰੋਨਾ ਕਰਕੇ ਪਹਿਲਾਂ ਬਹੁਤ ਟਾਈਮ ਬੰਦ ਰਿਹਾ, ਬਹੁਤ ਫਲਾਈਟਸ ਦਾ ਵੀ ਇਸ਼ੂ ਚੱਲ ਰਿਹਾ ਸੀ, ਹੁਣ ਸਾਰਾ ਕੁਝ ਸਮੂਥਲੀ ਚੱਲ ਰਿਹਾ। ਤਾਂ ਯੈਸ, ਵਾਈ ਨਾਟ, ਆਪਾਂ ਕਰ ਸਕਦੇ ਹਾਂ। ਪੂਰੀ ਫੈਮਿਲੀ ਵਿਜ਼ਿਟ ਕਰਨ ਜਾ ਰਹੀ ਹੈ ਉੱਥੇ। ਯੈਸ, ਵੀ ਕੈਨ ਰਾਈਟ ਦੈਟ ਜੀ। ਅੱਛਾ, ਮੇਰਾ ਸਵਾਲ ਇਹ ਸੀਗਾ ਵੀ ਪ੍ਰੋਸੈਸਿੰਗ ਨੂੰ ਕਿੰਨਾ ਟਾਈਮ ਲੈ ਰਹੀ ਹੈ ਐਮਬੈਸੀ? ਕਿੰਨੇ ਟਾਈਮ ਦੇ ਵਿੱਚ ਗ੍ਰਾਂਟ ਕਰ ਰਹੀ ਹੈ ਟੂਰਿਸਟ ਜਾਂ ਵਿਜ਼ਟਰ ਵੀਜ਼ਾ? ਕਿੰਨੇ ਟਾਈਮ ਚ ਦੇ ਰਹੇ ਨੇ? ਦੇ ਆਰ ਟੇਕਿੰਗ ਅਪਰੋਕਸੀਮੇਟਲੀ ਮੈਕਸਿਮਮ ਟਾਈਮ ਲੈ ਕੇ ਚੱਲੋਗੇ ਤਾਂ 21 to 22 ਵਰਕਿੰਗ ਡੇਜ਼ ਲੈ ਰਹੇ ਨੇ। ਮੰਥ ਐਂਡ ਹਾਫ ਯੂ ਕੈਨ ਕਾਊਂਟ, ਬਟ ਜਿਹੜਾ ਮਿਨੀਮਮ ਟਾਈਮ ਹੈ ਉਹ 48 ਆਵਰਸ ਜਾਂ ਫਿਰ ਉਹੀ 72 ਆਵਰਸ ਜਾਂ 48 ਆਵਰਸ ਦੇ ਵਿੱਚ ਵੀ ਗ੍ਰਾਂਟ ਆ ਸਕਦਾ, ਐਕਸਪੈਕਟਡ ਹੈ। ਰੀਸੈਂਟਲੀ 1-2 ਇਦਾਂ ਦੇ ਕੇਸਿਸ ਅਸੀਂ ਦੇਖੇ ਨੇ ਜਿਨ੍ਹਾਂ ਦਾ ਬਹੁਤ ਛੇਤੀ ਹੋ ਗਿਆ ਸੀ। ਯੈਸ, ਬਟ ਕੰਡੀਸ਼ਨਸ ਆਰ देयर ਕਿਉਂਕਿ ਉਹਨਾਂ ਦੇ ਬਾਇਓਮੈਟ੍ਰਿਕ ਆਲਰੇਡੀ ਹੋ ਚੁੱਕੇ ਸੀਗੇ। ਅਦਰਵਾਈਜ਼ ਆਪਾਂ ਆਨਲਾਈਨ ਫਾਈਲ ਲਾਉਨੇ ਆ, BLI ਲੈਟਰ ਜਨਰੇਟ ਹੋਣ ਨੂੰ ਹੀ 24 ਤੋਂ 48 ਘੰਟੇ ਲੱਗ ਜਾਂਦੇ ਆ। ਉਸ ਤੋਂ ਬਾਅਦ ਆਪਾਂ ਨੂੰ ਅਪਾਇੰਟਮੈਂਟ ਮਿਲਦੀ ਹੈ, ਫਿਰ ਆਪਾਂ ਜਾ ਕੇ ਬਾਇਓ ਦਿੰਦੇ ਆ ਐਂਡ ਉਸ ਤੋਂ ਬਾਅਦ ਹੀ ਪ੍ਰੋਸੈਸ ਹੁੰਦਾ। ਬਟ देयर वाज ਕੇਸਿਸ ਜਿਨ੍ਹਾਂ ਦੇ ਆਲਰੇਡੀ ਬਾਇਓ ਹੋ ਚੁੱਕੇ ਸੀਗੇ, ਉਹਨਾਂ ਦਾ ਪ੍ਰੋਸੈਸ ਬਹੁਤ ਛੇਤੀ ਹੋ ਗਿਆ ਸੀ। ਜੀ। ਸੋ ਨਿਮਨ, ਰਿਸਪਾਂਸ ਕਿਦਾਂ ਦਾ ਆ ਰਿਹਾ ਹੈਗਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਨੂੰ ਲੈ ਕੇ? ਜੀ, ਵਧੀਆ ਰਿਸਪਾਂਸ ਆ ਰਿਹਾ ਮੈਮ, ਕਿਉਂਕਿ ਹੁਣ ਸਾਰੇ ਜਣਿਆਂ ਨੂੰ ਪਤਾ ਲੱਗ ਚੁੱਕਿਆ ਕਿ ਟੂਰਿਸਟ ਵੀਜ਼ਾ ਇਜ਼ ਟੋਟਲੀ ਓਪਨ। ਯੈਸ, ਐਂਡ ਵੀਜ਼ਾ ਸਾਰੇ ਨੇ ਲੇਟੈਸਟ ਵੀਜ਼ਾ ਤੁਸੀਂ ਸਾਡੇ ਆਫਿਸ ਦੇ ਵਿੱਚ ਆ ਕੇ ਚੈੱਕ ਕਰ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਹੁਣ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆ ਰਹੀ ਕਿ ਬੈਰੀਅਰ ਹੈ ਜਾਂ ਟਾਈਮ ਜ਼ਿਆਦਾ ਲੱਗ ਰਿਹਾ, ਕੁਝ ਨਹੀਂ ਹੈ। ਚਲੋ, ਤੁਸੀਂ ਕਹਿ ਰਹੇ ਹੋ ਵੀ USA ਨੂੰ ਅਪਾਇੰਟਮੈਂਟ ਨੂੰ ਜ਼ਰੂਰ ਟਾਈਮ ਲੈ ਰਹੇ ਨੇ, ਰਾਈਟ, ਐਗਜ਼ੈਕਟਲੀ। ਬਟ ਅਦਰਵਾਈਜ਼ ਤੁਸੀਂ UK ਜਾਣਾ ਹੈ ਜਾਂ ਕੈਨੇਡਾ, ਆਸਟ੍ਰੇਲੀਆ ਹੋ ਗਿਆ, ਦੇ ਆਰ ਓਪਨ ਫॉर ਟੂਰਿਸਟ ਐਂਡ ਵਿਜ਼ਟਰ ਵੀਜ਼ਾ। ਸੋ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਜੀ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਹੁਣੇ ਤੁਹਾਡੇ ਕੋਲੇ ਮੌਕਾ ਹੈਗਾ। ਸੋ ਇਹ ਅਸੀਂ 25-30 ਮਿੰਟ ਜਿਹੜੇ ਹੈਗੇ ਨੇ ਜੀ ਤੁਹਾਡੇ ਵਾਸਤੇ ਹੀ ਲੈ ਕੇ ਹਾਜ਼ਰ ਹੁੰਦੇ ਆ, ਜਿੱਥੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ, ਜੋ ਵੀ ਐਕਸਪਰਟਸ ਇਸ ਮੰਚ ਦੇ ਉੱਤੇ ਆਉਂਦੇ ਨੇ। ਤੇ ਇਸ ਮੰਚ ਨੂੰ ਲੈ ਕੇ ਆਉਣ ਦਾ ਮਕਸਦ ਹੈ ਕਿ ਹਾਂਜੀ, ਜੋ ਵੀ ਸਵਾਲ ਹੁੰਦੇ, ਡਾਊਟ ਹੁੰਦੇ ਨੇ, ਕਈ ਵਾਰੀ ਕਿ ਹਾਂਜੀ ਟਾਈਮ ਨਹੀਂ ਲੱਗਦਾ ਜਾਂ ਨਹੀਂ ਅਸੀਂ ਮਿਲ ਪਾਉਂਦੇ, ਆਫਿਸਿਸ ਦੇ ਵਿੱਚ ਵੀ ਜਾਂਦੇ, ਕਈ ਵਾਰੀ ਆਫਿਸ ਹੀ ਇੰਨੇ ਦੂਰ ਹੁੰਦੇ ਨੇ, ਪੈਂਡਾ ਲੰਬਾ ਪੈ ਜਾਂਦਾ ਕਿ ਚਲੋ ਹੁਣ ਫੋਨ ਦੇ ਉੱਪਰ ਜੇ ਮੌਕਾ ਮਿਲ ਰਿਹਾ ਤਾਂ ਕਿਉਂ ਨਾ ਇਸ ਮੌਕੇ ਦਾ ਫਾਇਦਾ ਲਿਆ ਜਾਏ। ਸੋ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਜੀ, ਐਂਡ ਨੈਕਸਟ ਕਾਲਰ ਇਸ ਵੇਲੇ ਸਾਡੇ ਨਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਆਵਾਜ਼ ਆ ਰਹੀ ਹੈ ਮੇਰੀ? ਪਰ ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਨੂੰ। ਹੈਲੋ, ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ? ਹਾਂ, ਹੁਣ ਆ ਰਹੀ ਹੈ, ਦੱਸੋ ਸਰ। मैं एक वीजा लगवाना। वीजा कित्थों दा? ऑस्ट्रेलिया। ऑस्ट्रेलिया का? किसका लगवाना है आपने सर? मेरा ब्रदर है। ब्रदर आपका ऑस्ट्रेलिया में है? हाँ जी। और आपने उनके पास जाना है? हाँ जी। पहले गए हो आप? अच्छा, ठीक है। भाई को कितना टाइम हो गया वहाँ पे? कितने टाइम से है भाई वहाँ पे? 3 साल। 3 साल। वो पक्के हैं वहाँ पे या कैसे? अभी पक्के तो नहीं। अच्छा, पक्के नहीं हुए अभी। ओके, ठीक है।
ਸੋ ਅੱਛਾ ਹਾਲ ਜਿਨ੍ਹਾਂ ਦੇ ਕੋਈ ਪੱਕਾ ਨਹੀਂ ਹੁੰਦਾ ਰਾਈਟ ਬਟ ਚਲੋ ਗਏ ਹੋਏ ਨੇ ਜੀ ਆਮ ਸ਼ੋਰ ਵੀ ਚਲੋ ਗਏ ਨੇ ਤਾਂ ਪੱਕੇ ਵੀ ਹੋ ਜਾਣਗੇ ਹੈ ਜੀ, ਨਾ right. ਸੋ 3 ਸਾਲ ਹੋ ਗਏ ਨੇ ਆਸਟ੍ਰੇਲੀਆ ਦਾ ਹੁਣ ਜਿੱਦਾਂ ਇਹਨਾਂ ਨੇ ਜਾਣਾ ਹੈ ਤਾਂ ਕਿੱਦਾਂ ਅਪਲਾਈ ਕਰਨਗੇ ਨਾਮ ਕੀ ਸੀ ਮੈਮ ਇਹਨਾਂ ਦਾ? ਨਾਮ ਮੈਂ ਵੀ ਭੁੱਲ ਮਾਫੀ ਰਾਈਟ ਸੌਰੀ ਜਿਨ੍ਹਾਂ ਨਾਲ ਵੀ ਹੁਣੀ ਗੱਲ ਹੋ ਰਹੀ ਸੀ ਜੀ ਜੇ ਤੁਹਾਡੇ ਬ੍ਰਦਰ ਉੱਥੇ ਨੇ ਆਈ ਗੈਸ ਮਸਟ ਵੀ ਉਹ ਜਾਂ ਤਾਂ ਫਿਰ ਸਟੂਡੈਂਟ ਵੀਜ਼ਾ ਤੇ ਹੀ ਗਏ ਹੋਣਗੇ ਜੇ ਉਹ ਸਟੂਡੈਂਟ ਵੀਜ਼ਾ ਤੇ ਗਏ ਨੇ ਜੇ ਉਹਨਾਂ ਦੀ 4 ਸਾਲ ਦੀ ਸਟੱਡੀ ਹੋਈ ਤਾਂ ਹਾਲੇ ਉਹ ਸਟੂਡੈਂਟ ਵੀਜ਼ਾ ਤੇ ਹੋਣਗੇ ਜੀ ਜੇ 3 ਸਾਲ ਹੋ ਚੁੱਕੇ ਨੇ ਜਾਂ 2 ਸਾਲ ਦੀ ਸਟੱਡੀ ਲਈ ਸੀ ਤਾਂ ਵਰਕ ਪਰਮਿਟ ਤੇ ਹੋਣਗੇ ਜੇ ਤੁਹਾਡੇ ਰੀਅਲ ਬਲੱਡ ਰਿਲੇਸ਼ਨ ਦੇ ਵਿੱਚ ਉੱਥੇ ਤੁਹਾਡੇ ਬ੍ਰਦਰ ਸਿਸਟਰ ਨੇ ਇੱਥੋਂ ਪੇਰੈਂਟਸ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਜਾਂ ਤੁਸੀਂ ਆਪਣੇ ਬ੍ਰਦਰ ਸਿਸਟਰ ਕੋਲੇ ਜਾਣਾ ਚਾਹੁੰਦੇ ਹੋ ਇਸ ਸਿਨੈਰੀਓ ਦੇ ਵਿੱਚ ਉਹਨਾਂ ਦਾ ਵੀਜ਼ਾ ਜੇ ਸਟੂਡੈਂਟ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਯੈਸ ਜੇ ਕੋਈ ਥਰਡ ਪਾਰਟੀ ਹੈ ਫੋਰ ਐਗਜ਼ਾਮਪਲ ਮੇਰਾ ਕੋਈ ਕਜ਼ਨ ਮੈਨੂੰ ਇਨਵਾਈਟ ਕਰ ਰਿਹਾ ਜੀ ਇਹ ਇੰਪੋਰਟੈਂਟ ਹੈ ਕਿ ਪਹਿਲਾਂ ਉਹਨਾਂ ਦੇ ਪੇਰੈਂਟਸ ਦਾ ਤੇ ਸਿਬਲਿੰਗਸ ਦਾ ਵੀਜ਼ਾ ਲੱਗਿਆ ਹੋਵੇ ਤਾਂ ਬੈਟਰ ਰਹਿੰਦਾ ਕਿਉਂਕਿ ਪਹਿਲੀ ਪ੍ਰੈਫਰੈਂਸ ਹਮੇਸ਼ਾ ਆਪਾਂ ਆਪਣੇ ਫਸਟ ਬਲੱਡ ਰਿਲੇਸ਼ਨ ਨੂੰ ਹੀ ਦਿੰਦੇ ਆ ਸੋ ਇਟਸ ਇੰਪੋਰਟੈਂਟ ਜੇ ਤੁਹਾਡਾ ਬ੍ਰਦਰ ਹੈ ਰੀਅਲ ਬ੍ਰਦਰ ਹੈ ਤਾਂ ਬਿਲਕੁਲ ਉਹ ਤੁਹਾਨੂੰ ਇਨਵਾਈਟ ਕਰ ਸਕਦਾ ਡਜ਼ਨਟ ਮੈਟਰ ਇਫ ਹੀ ਇਜ਼ ਔਨ ਸਟੂਡੈਂਟ ਵੀਜ਼ਾ ਔਰ ਹੀ ਇਜ਼ ਔਨ ਵਰਕ ਪਰਮਿਟ ਉਹਨਾਂ ਵੱਲੋਂ ਇਨਵੀਟੇਸ਼ਨ ਲੈਟਰ ਆ ਜਾਏਗਾ ਤੁਸੀਂ ਇੱਥੋਂ ਆਪਣੇ ਫਾਈਨੈਂਸ਼ੀਅਲਸ ਤੇ ਵਰਕ ਪ੍ਰੂਫ ਨਾਲ ਆ ਕੇ ਸਾਨੂੰ ਮਿਲ ਸਕਦੇ ਹੋ ਜੀ ਸੋ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਅੱਛਾ ਜਿਨ੍ਹਾਂ ਨੇ ਵੀ ਹੁਣ ਜਾਣਾ ਨਾ ਬਾਹਰ ਇੱਕ ਵਾਰੀ ਪਹਿਲਾਂ ਮੈਂ ਵਿਜ਼ਟਰ ਵੀਜ਼ਾ ਦੇ ਉੱਤੇ ਕਰ ਲੈਂਦੇ ਆ ਥੋੜਾ ਜਿਹਾ ਕਿ ਡਾਕੂਮੈਂਟਸ ਉਹਨਾਂ ਨੂੰ ਕੀ ਕੁਝ ਚਾਹੀਦਾ ਹੁੰਦਾ ਰਿਕੁਆਇਰਮੈਂਟ ਕੀ ਆ ਉਹਨਾਂ ਨੇ ਉੱਥੋਂ ਬਾਹਰਲਿਆਂ ਤੋਂ ਕੀ ਪੇਪਰ ਮੰਗਵਾਉਣੇ ਨੇ ਜੀ ਜਿਹੜੇ ਵੀ ਉਧਰੋਂ ਇਨਵਾਈਟ ਕਰ ਰਹੇ ਨੇ ਉਹਨਾਂ ਵੱਲੋਂ 2 ਚੀਜ਼ਾਂ ਤਾਂ ਮੈਂਡੇਟਰੀ ਹੁੰਦੀਆਂ ਨੇ ਇੱਕ ਤਾਂ ਇਨਵੀਟੇਸ਼ਨ ਲੈਟਰ ਮਤਲਬ ਪਰਪਸ ਆਫ ਵਿਜ਼ਿਟ ਕੀ ਹੈ ਉਹ ਤੁਹਾਨੂੰ ਕਾਹਦੇ ਲਈ ਬੁਲਾ ਰਹੇ ਨੇ ਉਹਨਾਂ ਦਾ ਕਰੰਟ ਵੀਜ਼ਾ ਸਟੇਟਸ ਇਹ ਦੋਨੇ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਜੇ ਉਹ ਸਿਟੀਜ਼ਨ ਨੇ ਤਾਂ ਪਾਸਪੋਰਟ ਭੇਜ ਦੇਣਗੇ ਜੇ ਪੀਆਰ ਨੇ ਤਾਂ ਪੀਆਰ ਕਾਰਡ ਐਂਡ ਆਪਣਾ ਇੰਡੀਅਨ ਪਾਸਪੋਰਟ ਜਾਂ ਜਿਹੜੀ ਵੀ ਨੈਸ਼ਨੈਲਿਟੀ ਮੇਲ ਦੇ ਥਰੂ ਭੇਜਦੇ ਸਾਰੇ ਚੱਲ ਜਾਂਦੇ ਨੇ ਕੋਈ ਵੀ ਚੀਜ਼ ਹਾਰਡ ਕਾਪੀ ਨਹੀਂ ਚਾਹੀਦੀ ਮੈਮ ਕਿਉਂਕਿ ਸਾਰੀ ਪ੍ਰੋਸੈਸਿੰਗ ਆ ਜਿਹੜੀ ਉਹ ਆਨਲਾਈਨ ਹੀ ਹੁੰਦੀ ਹੈ ਆਪਾਂ ਉਹਨਾਂ ਤੋਂ ਬਾਈ ਮੇਲ ਮੰਗਵਾ ਸਕਦੇ ਹਾਂ ਠੀਕ ਹੈ ਸਕੈਨਡ ਪ੍ਰੋਪਰ ਡਾਕੂਮੈਂਟ ਹੋਣ ਕਲੈਰਿਟੀ ਰਹੇ ਕਿਉਂਕਿ ਜਦੋਂ ਅਸੀਂ ਅਪਲੋਡ ਕਰਦੇ ਹਾਂ ਕਈ ਵਾਰ ਕਲੈਰਿਟੀ ਨਹੀਂ ਆਉਂਦੀ ਜੇ ਕੋਈ ਇਨ ਕੇਸ ਫੋਨ ਸਕੈਨਰ ਤੋਂ ਜਾਂ ਪਿਕਚਰ ਕਲਿੱਕ ਕਰਕੇ ਭੇਜਦਾ ਇਹਦੇ ਵਿੱਚ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਬਾਰ-ਬਾਰ ਇਹੀ ਕਹਿੰਦੇ ਆ ਕਿ ਸਕੈਨ ਕਰਕੇ ਸਾਨੂੰ ਡਾਕੂਮੈਂਟਸ ਭੇਜੋ ਐਂਡ ਬਾਕੀ 3 ਚੀਜ਼ਾਂ ਜਿਹੜੀਆਂ ਹੁੰਦੀਆਂ ਵੈਸੇ ਉਹ ਮੈਂਡੇਟਰੀ ਨਹੀਂ ਹੁੰਦੀਆਂ ਬਟ ਉਹ ਕੇਸ ਨੂੰ ਕਾਫੀ ਸਟਰੋਂਗ ਬਣਾਉਂਦੀਆਂ ਨੇ ਇੱਕ ਤਾਂ ਉਹਦੇ ਟੈਕਸ ਪੇਪਰਸ ਉਹਨਾਂ ਕੋਲ ਕਿੰਨੀਆਂ ਸੇਵਿੰਗਸ ਨੇ ਐਂਡ ਉਹ ਕੀ ਕੰਮ ਕਰਦੇ ਨੇ ਇਹ 3 ਚੀਜ਼ਾਂ ਹੋ ਗਈਆਂ ਜਿਹੜੀਆਂ ਕਿ ਆਪਸ਼ਨਲ ਨੇ ਕਈ ਲੋਕ ਆਪਣੀ ਪ੍ਰਾਈਵੇਸੀ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਜਿਹੜਾ ਕਿ ਸੈਕੰਡ ਪਾਰਟੀ ਜਾਂ ਕੋਈ ਅਨਨੋਨ ਆਪਾਂ ਨੂੰ ਭੇਜ ਰਿਹਾ ਹੁੰਦਾ ਜਾਂ ਕੋਈ ਫਰੈਂਡ ਲਾ ਲਓ ਤੁਸੀਂ ਉਹ ਨਹੀਂ ਦੱਸਣਾ ਚਾਹੁੰਦਾ ਵੀ ਉਹ ਕਿੰਨਾ ਕਮਾ ਰਿਹਾ ਜਾਂ ਉਹ ਕੀ ਕੰਮ ਕਰ ਰਿਹਾ ਉਹ ਕੇਸ ਦੇ ਵਿੱਚ ਡਿਨਾਈ ਕਰ ਦਿੰਦੇ ਆ ਕਿ ਜੀ ਦੇਖੋ ਅਸੀਂ ਇਨਵੀਟੇਸ਼ਨ ਤੇ ਪਾਸਪੋਰਟ ਭੇਜਾਂਗੇ ਬਾਕੀ ਡਾਕੂਮੈਂਟਸ ਦੀ ਡਿਮਾਂਡ ਸਾਡੇ ਤੋਂ ਨਾ ਕਰੋ ਤਾਂ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਉਹ ਅਕੋਰਡਿੰਗਲੀ ਜੇ ਹਾਈ ਕਮਿਸ਼ਨ ਨੇ ਕੁਝ ਵੀ ਵੈਰੀਫਾਈ ਕਰਨਾ ਹੁੰਦਾ ਤਾਂ ਉਹ ਬੰਦੇ ਦਾ ਜੋ ਵੀ ਉੱਥੋਂ ਦਾ ਸਟੇਟਸ ਹੈ ਉਹ ਕੀ ਕਰ ਰਿਹਾ ਉਹ ਆਪਣੇ ਆਪ ਵੈਰੀਫਾਈ ਕਰ ਸਕਦੇ ਆ ਤਾਂ ਇਹ ਚੀਜ਼ ਤੇ ਜ਼ਿਆਦਾ ਸਟ੍ਰੈਸ ਨਾ ਦਿਓ ਬਜਾਏ ਇਹ ਚੀਜ਼ਾਂ ਤੇ ਸਟ੍ਰੈਸ ਦੇਣ ਦੇ ਤੁਸੀਂ ਐਟਲੀਸਟ ਉਹਨਾਂ ਤੋਂ ਇਨਵੀਟੇਸ਼ਨ ਤੇ ਪਾਸਪੋਰਟ ਤਾਂ ਮੰਗਵਾਓ ਦੈਟ ਇਜ਼ ਵੈਰੀ ਇੰਪੋਰਟੈਂਟ ਜੀ ਅੱਛਾ ਉੱਥੇ ਜੇ ਹੁਣ ਟੂਰਿਸਟ ਵੀਜ਼ਾ ਤਾਂ ਉਹਦੀ ਰਿਸਪੌਂਸਿਬਿਲਟੀ ਤੁਹਾਡੀ ਹੁੰਦੀ ਹੈ ਕਿ ਹਾਂਜੀ ਆਪਾਂ ਨੇ ਹੋਟਲ ਬੁਕਿੰਗ ਕਰਾਉਣੀਆਂ ਨੇ ਜਾਂ ਟਿਕਟਸ ਬੁੱਕ ਕਰਾਉਣੀਆਂ ਨੇ ਰਾਈਟ ਮੈਮ ਜਿਹੜਾ ਬੰਦਾ ਇੱਥੋਂ ਹੋਟਲ ਬੁਕਿੰਗ ਤੇ ਜਾ ਰਿਹਾ ਮਤਲਬ ਜਿਨ੍ਹਾਂ ਕੋਲ ਕੋਈ ਵੀ ਇਨਵਾਈਟ ਜਾਂ ਸਪਾਂਸਰ ਨਹੀਂ ਹੈਗੀ ਉਹਦੀ ਸਾਰੀ ਰਿਸਪੌਂਸਿਬਿਲਟੀ ਅਸੀਂ ਲੈਂਦੇ ਆ ਅਸੀਂ ਤੁਹਾਡੀ ਪ੍ਰੋਪਰ ਆਈਟਨਰੀ ਪ੍ਰਿਪੇਅਰ ਕਰਾਂਗੇ ਤੁਹਾਨੂੰ ਟੋਟਲੀ ਮਤਲਬ ਪੇਡ ਹੋਟਲ ਬੁਕਿੰਗ ਕਨਫਰਮੇਸ਼ਨ ਲੈ ਕੇ ਦੇਵਾਂਗੇ ਕਿਉਂਕਿ ਡੰਮੀ ਤੇ ਵੀਜ਼ਾ ਸਕਸੈਸ ਰੇਸ਼ੋ ਉਨਾ ਵਧੀਆ ਨਹੀਂ ਹੁੰਦਾ ਇੱਕ ਹੋਰ ਬਹੁਤ ਵੱਡਾ ਮਿਥ ਹੈ ਕਿ ਟਿਕਟ ਕਰਵਾਉਣੀ ਜ਼ਰੂਰੀ ਹੈ ਬਿਲਕੁਲ ਵੀ ਨਹੀਂ ਬਿਕੋਜ਼ ਵੀ ਕਾਂਟ ਪ੍ਰੈਡਿਕਟ ਕਿ ਆਪਣਾ ਵੀਜ਼ਾ ਅਪਰੂਵ ਕਦੋਂ ਹੋਊਗਾ ਤਾਂ ਤੁਸੀਂ ਡੰਮੀ ਟਿਕਟਸ ਨੂੰ ਨਾ ਬਿਲਕੁਲ ਨਾਟ ਰਿਕੁਆਇਰਡ ਯੈਸ ਉਹ ਨਹੀਂ ਰਿਕੁਆਇਰਡ ਹੈਗੀ ਐਂਡ ਮੈਡੀਕਲ ਪੀਸੀਸੀ ਇਹ ਕੁਝ ਵੀ ਨਹੀਂ ਹੁੰਦਾ ਟੂਰਿਸਟ ਵੀਜ਼ਾ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਰਿਕੁਆਇਰਡ ਨੇ ਦੈਟ ਇਜ਼ ਫॉर ਸਟੂਡੈਂਟ ਵੀਜ਼ਾ ਇਹਦੇ ਵਿੱਚ ਵੀ ਕਾਫੀ ਲੋਕ ਕਨਫਿਊਜ਼ ਰਹਿੰਦੇ ਨੇ ਕਿ ਫॉर ਟੂਰਿਸਟ ਵੀਜ਼ਾ ਦੇ ਹੈਵ ਟੂ ਗੋ ਅਹੈਡ ਵਿਦ ਮੈਡੀਕਲ ਪ੍ਰੋਸੈਸ ਜਾਂ PCC ਯੈਸ ਆਲਰੇਡੀ ਜੇ ਤੁਹਾਡਾ ਕੋਈ ਪੁਲਿਸ ਰਿਕਾਰਡ ਚੱਲ ਰਿਹਾ ਹੈਗਾ ਤਾਂ ਤੁਹਾਨੂੰ PCC ਤੁਹਾਡੀ ਮੰਗੀ ਜਾ ਸਕਦੀ ਹੈ ਜਾਂ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਫॉर ਸੇਫਰ ਸਾਈਡ ਅਦਰਵਾਈਜ਼ ਇਟਸ ਨਾਟ ਰਿਕੁਆਇਰਡ ਜੀ ਸੋ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਜੀ ਜਿੱਥੇ ਤਾਂ ਅਸੀਂ ਗੱਲ ਕੀਤੀ ਹੈ ਟੂਰਿਸਟ ਵੀਜ਼ਾ ਐਂਡ ਵਿਜ਼ਟਰ ਵੀਜ਼ਾ ਦੀ ਉੱਥੇ ਹੀ ਥੋੜੀ ਜਿਹੀ ਗੱਲਬਾਤ ਅਸੀਂ ਸਟੂਡੈਂਟਸ ਤੇ ਵੀ ਕਰ ਲੈਂਦੇ ਹਾਂ ਜੀ ਜਿਹੜੇ ਸਾਡੇ ਸਟੂਡੈਂਟਸ ਇਸ ਵੇਲੇ ਟੀਵੀ ਦੇ ਅੱਗੇ ਬੈਠੇ ਨੇ ਦੇਖ ਰਹੇ ਨੇ ਜਾਂ ਪੇਰੈਂਟਸ ਜਿਨ੍ਹਾਂ ਨੇ ਬੱਚਿਆਂ ਨੂੰ ਬਾਹਰ ਭੇਜਣਾ ਹੈ ਜਾਂ ਆਲਰੇਡੀ ਬੱਚੇ ਬਾਹਰ ਗਏ ਹੋਏ ਨੇ ਖੈਰ ਤੁਹਾਡੇ ਵਾਸਤੇ ਕੋਈ ਸਵਾਲ ਹੈ ਤਾਂ ਜ਼ਰੂਰ ਡਿਸਕਸ ਕਰਨਾ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਜੀ ਤਾਂ ਵੀ ਸਟਿਲ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਆਈ ਐਮ ਸ਼ੋਰ ਕਿ ਤੁਸੀਂ ਇੱਕ ਵਾਰੀ ਸਵਾਲ ਜਿਹੜਾ ਹੈਗਾ ਆਪਣਾ ਜ਼ਰੂਰ ਰੱਖਿਆ ਕਰੋ ਇਸ ਮੰਚ ਦੇ ਉੱਤੇ ਹਰ ਇੱਕ ਦਾ ਜਵਾਬ ਜਿਹੜਾ ਨਾ ਜ਼ਰੂਰ ਮਿਲਦਾ ਜੀ ਸਾਡੇ ਐਕਸਪਰਟਸ ਦੇ ਕੋਲੋਂ ਤੇ ਮੈਡਮ ਨਿਮਨ ਨੇ ਜੀ ਫਿਊਚਰ ਵਿੰਗਸ ਤੋਂ ਸਾਡੇ ਅੱਜ ਦੇ ਜਿਹੜੇ ਐਕਸਪਰਟ ਹੈਗੇ ਨੇ ਤੇ ਨਾਲ ਦੇ ਨਾਲ YouTube ਚੈਨਲ ਦੇਸ਼ ਪ੍ਰਦੇਸ਼ ਲਾਈਵ ਦਾ ਸਾਡਾ ਜੀ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿੱਥੇ ਤਾਂ ਅਸੀਂ ਹਰ ਰੋਜ਼ ਦੁਪਹਿਰੇ 2 ਵਜੇ ਹਾਜ਼ਰ ਹੁੰਨੇ ਆ ਤੁਹਾਡੇ ਨਾਲ ਲਾਈਵ ਗੱਲਬਾਤ ਕਰਨ ਦੇ ਵਾਸਤੇ ਸੋ ਹਰ ਟਾਈਮ ਜੀ ਅਸੀਂ ਯਾਨੀ ਕਿ ਅਲੱਗ-ਅਲੱਗ ਮੰਚ ਤੇ ਅਕਸਰ ਹਾਜ਼ਰ ਹੁੰਦੇ ਰਹੇ ਹੈਗੇ ਆ ਅਲੱਗ-ਅਲੱਗ ਜਿਹੜੇ
ਟਾਈਮਿੰਗਸ ਹੈਗੇ ਨੇ ਉਹਨਾਂ ਦੇ ਥਰੂ, ਤੇ ਤੁਹਾਨੂੰ ਮੌਕਾ ਦਿੰਦੇ ਆ ਕਿ ਤੁਸੀਂ ਲਾਈਵ ਗੱਲਬਾਤ ਜ਼ਰੂਰ ਕਰ ਸਕਦੇ ਹੋ। ਸੋ ਲਾਸਟ ਤੇ ਥੋੜਾ ਜਿਹਾ ਟਾਈਮ ਬਚਿਆ ਜੀ, ਮੈਂ ਸਟੂਡੈਂਟ ਵੀਜ਼ਾ ਦੀ ਜ਼ਰੂਰ ਗੱਲ ਕਰਨੀ ਕੈਨੇਡਾ ਨੂੰ ਲੈ ਕੇ ਸਟੂਡੈਂਟਸ, ਕਿਉਂਕਿ ਸੈਪਟੈਂਬਰ ਇਨਟੇਕ ਆਈ ਐਮ ਸ਼ੋਰ ਅਬਾਊਟ ਇਟ। ਜੀ ਹਾਂਜੀ, ਸੈਪਟੈਂਬਰ ਇਨਟੇਕ ਹਲੇ ਵੀ ਅਵੇਲੇਬਲ ਹੈ, ਬਟ ਅਗੇਨ ਸੇਮ ਕਿ ਤੁਸੀਂ ਪ੍ਰੈਫਰੈਂਸ ਲੈ ਕੇ ਨਾ ਚੱਲੋ। ਬਹੁਤ ਸਾਰੇ ਕਾਲਜਸ ਇਹੋ ਜਿਹੇ ਨੇ ਜਿਹੜੇ ਕਿ ਆਲਰੇਡੀ ਸੈਪਟੈਂਬਰ ਲਈ ਬੰਦ ਹੋ ਚੁੱਕੇ ਨੇ, ਉਹ ਫਿਰ ਜੈਨ ਇਨਟੇਕ ਤੁਹਾਨੂੰ ਆਫਰ ਕਰਨਗੇ ਓਬਵੀਅਸਲੀ। ਤਾਂ ਸੈਪਟੈਂਬਰ ਇਨਟੇਕ ਅਵੇਲੇਬਲ ਹੈ, ਲਿਮਿਟਡ ਕਾਲਜਸ ਜਾਂ ਯੂਨੀਵਰਸਿਟੀਜ਼ ਲਈ ਬੰਦ ਹੋ ਚੁੱਕੇ ਆ, ਬਟ ਸਟਿਲ ਇਟਸ ਓਪਨ, ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ, ਸੇਮ ਪ੍ਰੋਸੈਸ ਹੈ, ਕੋਈ ਐਸਾ ਕੋਈ There are no ਚੇਂਜਸ changes, ਨਹੀਂ ਹੈ, ma'am. ਰਾਈਟ? There are no ਅੱਛਾ, changes. ਕਿਉਂਕਿ ਹੁਣ ਕੈਨੇਡਾ, ਮੈਨੂੰ ਇੱਕ ਸਵਾਲ ਇੱਥੇ ਵਿੱਚ ਯਾਦ ਆ ਗਿਆ ਕਿ ਜਿੱਦਾਂ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਲਾਈਕ ਲੇਟੈਸਟ ਅਪਡੇਟ ਮੈਂ ਦੇਖ ਰਹੀ ਸੀਗੀ ਕਿ ਕੈਨੇਡਾ ਜਿਹੜੇ ਹੁਣ ਵਿਜ਼ਟਰ ਵੀਜ਼ਾ ਤੇ ਜਾਣਗੇ, ਉਹ ਵਰਕ ਪਰਮਿਟ ਦੇ ਵਾਸਤੇ ਦੇ ਕੈਨ ਅਪਲਾਈ ਦੇ। ਯੈਸ, ਉੱਥੇ ਹੁਣ ਲੀਗਲੀ ਇਹ ਹਾਂਜੀ। ਹੋ ਚੁੱਕਿਆ ਕਿ ਜੇ ਤੁਸੀਂ ਉੱਥੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਕਿਸੇ ਤੇ ਵੀ ਜਾ ਰਹੇ ਹੋ, Okay. ਇਟਸ ਦ ਸੇਮ ਥਿੰਗ, ਤਾਂ ਤੁਸੀਂ ਉੱਥੇ ਜਾ ਕੇ ਲੀਗਲੀ ਵਰਕ ਪਰਮਿਟ ਕਨਵਰਟ ਕਰਾ ਸਕਦੇ ਹੋ। ਕੰਡੀਸ਼ਨ ਅਪਲਾਈਡ ਕਿ ਤੁਹਾਨੂੰ ਉੱਥੋਂ ਏਮਪਲੋਇਮੈਂਟ ਲੈਟਰ ਚਾਹੀਦਾ ਹੋਏਗਾ। Right, ਹੁਣ ਉਹ right. ਡਿਪੈਂਡ ਕਰਦਾ ਹੈ ਕਿ ਜੀ ਤੁਹਾਡਾ ਉੱਥੇ ਕੋਈ ਨੋਨ ਹੈਗਾ ਜਿਨ੍ਹਾਂ ਦਾ ਆਪਣਾ ਕੋਈ ਬਿਜ਼ਨਸ ਹੈਗਾ, ਤਾਂ ਤੁਹਾਡੀ ਸਟ੍ਰੇਟ ਅਵੇ ਵਿਦਆਊਟ ਐਨੀ ਚਾਰजेस ਵੀ ਹੈਲਪ ਕਰ ਸਕਦੇ ਆ। Okay. ਬਟ देयर ਆਰ ਏਜੰਟਸ ਜਾਂ ਲਾਇਰਸ ਕਹਿ ਲਓ ਤੁਸੀਂ, ਜਿਹੜੇ ਕਿ ਦੇ ਆਰ ਚਾਰਜਿੰਗ ਬਿਗ ਚੰਕ ਆਫ ਮਨੀ। Okay. ਤਾਂ ਤੁਸੀਂ ਉਹ ਚੀਜ਼ਾਂ ਤੋਂ ਅਵੇਅਰ ਰਹੋ, ਇਹ ਵੀ ਅਵੇਅਰ ਰਹੋ ਕਿ ਉਹ ਜੈਨੂਇਨ ਕੰਮ ਕਰ ਰਹੇ ਨੇ, ਪਹਿਲਾਂ ਉਹਨਾਂ ਨੇ ਆਲਰੇਡੀ ਇਦਾਂ ਦਾ ਕਿਸੇ ਦਾ ਵਰਕ ਪਰਮਿਟ ਕਰਵਾ ਕੇ ਦਿੱਤਾ ਜਾਂ ਨਹੀਂ ਦਿੱਤਾ। ਠੀਕ ਹੈ। ਤਾਂ ਇਹ ਚੀਜ਼ਾਂ ਇੰਡੀਆ 'ਚ ਵੀ ਐਂਡ ਕੈਨੇਡਾ ਦੇ ਵਿੱਚ ਵੀ ਇੰਪਲੀਮੈਂਟ ਹੁੰਦੀਆਂ ਨੇ ਕਿ देयर ਆਰ ਏਜੰਟਸ ਹੂ ਆਰ ਜੈਨੂਇਨ, देयर ਆਰ ਲਾਇਰਸ ਔਰ ਏਜੰਟ ਜਿਹੜੇ ਕਿ ਸਿਰਫ ਪੈਸਾ ਜ਼ਿਆਦਾ ਲੈ ਰਹੇ ਆ, ਕੰਮ ਉਹ ਤਰੀਕੇ ਦਾ ਕਰਕੇ ਨਹੀਂ ਦੇ ਰਹੇ। ਠੀਕ ਹੈ। ਉੱਥੇ ਜਾ ਕੇ ਤੁਸੀਂ ਲੀਗਲੀ ਆਪਣਾ 2 ਸਾਲ ਦਾ ਵਰਕ ਪਰਮਿਟ ਲਓ, ਉਸ ਤੋਂ ਬਾਅਦ ਤੁਸੀਂ PR ਲਈ ਐਲੀਜੀਬਲ ਹੋ। ਹਾਂ, ਤੁਹਾਡੀ ਇੰਗਲਿਸ਼ ਐਲੀਜੀਬਿਲਟੀ ਚੈੱਕ ਹੋ ਸਕਦੀ ਹੈ। ਬਹੁਤ ਜ਼ਿਆਦਾ ਮੈਨੂੰ ਇਦਾਂ ਦੀਆਂ ਕਾਲਸ ਦੇਖਣ ਨੂੰ ਮਿਲੀਆਂ ਨੇ ਜਿਹਦੇ ਵਿੱਚੋਂ ਕਹਿੰਦੇ ਨੇ ਕਿ ਜੀ ਮੈਮ ਉੱਥੇ ਜਾ ਕੇ ਵਰਕ ਪਰਮਿਟਸ ਕਨਵਰਟ ਤਾਂ ਕਰਾ ਲਾਂਗੇ, ਬਟ ਫਿਰ ਆਲਸ ਇੰਪੋਰਟੈਂਟ ਹੈ ਜਾਂ ਆਲਸ ਰਿਕੁਆਇਰਡ ਹੈ। ਆਲਰਾਈਟ, ਡਿਪੈਂਡਸ। ਜੇ ਜਿਹੜਾ ਤੁਹਾਡਾ EMPLOYER ਆ ਉਹ ਤੁਹਾਡੀ ਇੰਟਰਵਿਊ ਲੈਂਦਾ ਐਂਡ ਉਹਨੂੰ ਤੁਹਾਡੀ ਇੰਗਲਿਸ਼ ਐਲੀਜੀਬਿਲਟੀ ਲੱਗਦੀ ਹੈ ਕਿ ਯੈਸ ਯੂ ਕੈਨ ਕਮਿਊਨੀਕੇਟ ਇਨ ਕੈਨੇਡਾ, ਤਾਂ ਫਿਰ ਉਹ ਤੁਹਾਨੂੰ ਕਹਿ ਸਕਦੇ ਆ ਕਿ ਨਹੀਂ, ਨਾਟ ਰਿਕੁਆਇਰਡ। ਠੀਕ ਹੈ। ਬਟ ਜੇ ਤੁਸੀਂ ਅਦਰਵਾਈਜ਼ ਲੈ ਰਹੇ ਹੋ, ਮਤਲਬ ਕਿ ਬਿਨਾਂ, ਦੇਖੋ 2 ਤਰੀਕੇ ਹੁੰਦੇ ਨੇ ਬੇਸਿਕਲੀ। ਇੱਕ ਦੇ ਵਿੱਚ ਤੁਸੀਂ EMPLOYER ਨੂੰ ਪੇਮੈਂਟ ਦਿੰਦੇ ਹੋ ਐਂਡ ਉਹ ਤੁਹਾਨੂੰ EMPLOYMENT ਲੈਟਰ ਦਿੰਦਾ। ਅਦਰਵਾਈਜ਼ ਤੁਹਾਡੀ ਐਲੀਜੀਬਿਲਟੀ ਤੇ ਤੁਹਾਨੂੰ ਹਾਇਰ ਕਰਿਆ ਜਾ ਸਕਦਾ, ਜਿਵੇਂ IT ਫੀਲਡ ਵਾਲੇ ਲੋਕ ਹੋ ਗਏ, ਇਹਨਾਂ ਦੀ ਉੱਥੇ ਕਾਫੀ ਰਿਕੁਆਇਰਮੈਂਟ ਹੁੰਦੀ ਹੈ, ਉਹਨਾਂ ਨੂੰ ਇਹ ਬਾਈ ਇੰਟਰਵਿਊ ਪ੍ਰੋਸੈਸ ਹਾਇਰ ਕਰਿਆ ਜਾ ਸਕਦਾ। ਤਾਂ ਆਲਸ ਰਿਕੁਆਇਰਡ ਹੈ ਜਾਂ ਨਹੀਂ, ਡਿਪੈਂਡਸ ਔਨ ਦਾ ਸਿਚੁਏਸ਼ਨ। ਐਂਡ ਉੱਥੇ ਜਾ ਕੇ ਬਿਲਕੁਲ ਤੁਸੀਂ ਵਰਕ ਪਰਮਿਟ 2 ਸਾਲ ਦਾ ਲੈ ਕੇ ਅੱਗੇ PR ਲਈ ਐਲੀਜੀਬਲ ਹੋ ਸਕਦੇ ਜੀ। ਗ੍ਰੇਟ। ਸੋ ਆਈ ਐਮ ਸ਼ੋਰ ਜੀ, ਫਿਰ ਇਸ ਵਾਰੀ ਤਾਂ ਜਿੰਨਾ ਅਸੀਂ ਕਰੋਨਾ ਦੇ ਵਿੱਚ ਸਾਨੂੰ ਪਰੇਸ਼ਾਨੀਆਂ ਆਈਆਂ ਨੇ, ਸੋ ਉਸ ਤੋਂ ਬਾਅਦ ਜਿਹੜਾ ਹੁਣ ਟਾਈਮ ਹੈਗਾ ਉਹ ਬਹੁਤ ਵਧੀਆ ਸਾਡੇ ਸਾਰੇ ਦਰਸ਼ਕਾਂ ਦੇ ਵਾਸਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ। ਸੋ ਬਹੁਤ ਓਪਰਚੁਨਿਟੀਜ਼ ਜੀ ਤੁਹਾਡੇ ਵਾਸਤੇ ਹਰ ਕੰਟਰੀ ਲੈ ਕੇ ਆ ਰਹੀ ਹੈ, ਫਿਰ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ। ਸੋ ਇਸ ਤੋਂ ਇਲਾਵਾ ਜੀ ਹੁਣ ਕੈਨੇਡਾ ਨੇ ਵੀ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਆਪਣੇ ਜਿਹੜੇ ਰਸਤੇ ਨੇ ਉਹ ਓਪਨ ਕੀਤੇ ਹੋਏ ਨੇ। ਸੋ USA ਫਿਲਹਾਲ ਜੀ ਅਪਾਇੰਟਮੈਂਟਸ ਨੂੰ ਲੈ ਕੇ ਟਾਈਮ ਜ਼ਰੂਰ ਹੈ, ਬਟ ਆਈ ਐਮ ਸ਼ੋਰ ਕਿ ਜਲਦੀ ਹੀ ਹੁਣ US ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਲੀਨੀਅੰਟ ਹੋਏਗਾ। ਸੋ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਜੀ ਤੇ ਮੈਡਮ ਨਿਮਨ ਫਿਊਚਰ ਵਿੰਗ ਤੋਂ ਅੱਜ ਸਾਡੇ ਨਾਲ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਜੀ ਇੱਥੇ ਆਉਣ ਵਾਸਤੇ। ਥੈਂਕ ਯੂ ਸੋ ਮਚ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਹਿਆ ਕਰੋ। ਧੰਨਵਾਦ।